श्री वाहिगुरु। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। चकर चहन अर बरन जात अर पात नहन जिह रूप रंग अर रेख पेख को कह न सकत केह। अचल मूरत अनभउ प्रकाश अमितोज कह जय। कोट इंद्र इंद्राण साहे साहान गण जय। तरे भवण महीप सुर डर असुर नेत नेत बान तृण कहत। तब सर्ब नाम कथय कवन कर्म नाम बरनत सुमत। तब सर्ब नाम कथय कवन कर्म नाम बरनत सुमत। पाति तोरै मालनी पाति पाति जियो। जिस पाहन को पाति तोरै सो पाहन निर्जियो। भोली मालनी है एओ सतगुर जागता है देव। ब्रह्म पाति विष्णु डारी फूल शंकर देव। तीन देव पर तख तोरै करह किसकी सेव। पाखाण गढ़ कै मूरत कीनी देख छाती पाओ। जे यह मूरत साची है तो गढ़ नहार खाओ। पात पहत अर लापसी कर करा का सार। भोगन हार भोगया इस मूरत का मुख छार। मालन भूली जग भुलाना हम भुलाने नाहे। कह कबीर हम राम राखे। कृपा कर हर राय। हम अवगुण पहरे एक गुण नाही। अमृत छाड़ बिख बिख आई। माया मोह परम पै फूले। सुतदारा स्यों प्रीत लगाई। तम पंथ सुन्यो गुर संगत। तेह मिलंत जम त्रास मिटाई। एक अरदास पाठ कीरत की। गुर रामदास राखो सरनाई। कहो टल गुर सेविय अहनस सहज सुभाए। दर्शन परस गुरु कै जन्म मरण दुख जाए। होवै सिफत खसंबंधी नूर अरसों कुरसों चटिया। डिठे सच्चे पातशाह मल जन्म जन्म दी कटिया। सज्जन सच्चा पातशाह सिर साहादै साहो। जिस पास बैठिया सोईयै सबना दावे साहो।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਸੁਣ ਮਾਸ਼ਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹਿ ਡੋਲੇ। ਐਸੀ ਜੁਗਤ ਜੋਗ ਕੋ ਪਾਲੇ, ਆਪ ਤਰੈ ਸਗਲੇ ਕੁਲ ਤਾਰੇ। ਸੁਣ ਮਾਸ਼ਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹਿ ਡੋਲੇ। ਐਸੀ ਜੁਗਤ ਜੋਗ ਕੋ ਪਾਲੇ, ਆਪ ਤਰੈ ਸਗਲੇ ਕੁਲ ਤਾਰੇ। ਸਭ ਧੂਤ ਐਸੀ ਮਤ ਪਾਵੈ, ਅਹਨਿਸ ਸੁਨ ਸਮਾਧ ਸਮਾਵੈ। ਰਹਾਉ ਭਿਖਿਆ ਭਾਏ ਭਗਤ ਪੈ ਚੱਲੈ, ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲਾ। ਧਿਆਨ ਰੂਪ ਹੋਏ ਆਸਣ ਪਾਵੈ, ਸਚ ਨਾਮ ਤਾੜੀ ਚਿਤ ਲਾਵੈ। ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਾਸ਼ਿੰਦਰਾ ਔਧੂ ਨੀਸਾਣੀ। ਆਸਾ ਮਾਹੇ ਨਿਰਾਸ ਵਲਾਏ, ਨਿਹਚੋ ਨਾਨਕ ਕਰਤੇ ਪਾਏ। ਪ੍ਰਾਣਵਤ ਨਾਨਕ ਆਗਮ ਸੁਣਾਏ, ਗੁਰ ਚੇਲੇ ਕੀ ਸੰਧ ਮਿਲਾਏ। ਦਿਖਿਆ ਦਾਰੂ ਭੋਜਨ ਖਾਏ, ਛੇ ਦਰਸ਼ਨ ਕੀ ਸੋਝੀ ਪਾਏ। ਪ੍ਰਣਵਤ ਨਾਨਕ ਆਗਮ ਸੁਣਾਏ, ਗੁਰ ਚੇਲੇ ਕੀ ਸੰਧ ਮਿਲਾਏ। ਦਿਖਿਆ ਦਾਰੂ ਭੋਜਨ ਖਾਏ, ਛੇ ਦਰਸ਼ਨ ਕੀ ਸੋਝੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਹਿਮਤਾਂ ਵਰਸਾ ਰਹੇ ਹਨ, ਕਿਰਪਾ ਕਰ ਰਹੇ ਹਨ ਕਿ ਸਤਿਗੁਰਾਂ ਦੀ ਕਿਰਪਾ ਸਦਕਾ ਹੀ ਗੁਰੂ ਚਰਨਾਂ 'ਚ ਜੁੜੇ ਹਾਂ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ
ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਰਾਮ ਕਲੀ ਰਾਗ ਵਿੱਚ ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਸ੍ਰੀ ਮੁਖਵਾਕ ਦੀ ਦਾਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਮਛੰਦਰ ਨਾਥ ਨਾਲ ਸਤਿਗੁਰਾਂ ਦੀ ਵਾਰਤਾ ਹੋ ਰਹੀ ਹੈ। ਰਾਮ ਕਲੀ ਰਾਗ ਵਿੱਚ ਬਹੁਤ ਸਾਰੀ ਬਾਣੀ ਐਸੀ ਬਾਣੀ ਹੈ ਜਿਹੜੀ ਸਤਿਗੁਰਾਂ ਨੇ ਸਿੱਧਾਂ ਨਾਲ ਵਾਰਤਾ ਕੀਤੀ ਹੈ, ਯੋਗੀਆਂ ਨਾਲ ਵਾਰਤਾ ਕੀਤੀ ਹੈ। ਸਿੱਧ ਗੋਸ਼ਟ ਜੈਸੀਆਂ ਅੰਮ੍ਰਿਤ ਬਾਣੀਆਂ ਰਾਮ ਕਲੀ ਰਾਗ ਵਿੱਚ ਹਨ। ਤੀਸਰੇ ਔਰ ਪੰਜਵੇਂ ਪਾਤਸ਼ਾਹ ਦੇ ਵੀ ਬਹੁਤ ਸਾਰੇ ਸ਼ਬਦ ਨੇ। ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਨੇ ਜਿਹੜੇ ਯੋਗੀਆਂ ਦੇ ਨਾਲ ਸਤਿਗੁਰਾਂ ਨੇ ਗੁਫ਼ਤਗੂ ਕੀਤੀ। ਹਿੰਦੁਸਤਾਨ ਦੀ ਧਰਤੀ ਤੇ ਕਿਸੇ ਸਮੇਂ ਯੋਗ ਮਤ ਦਾ ਬੜਾ ਵੱਡਾ ਬੋਲਬਾਲਾ ਰਿਹਾ। ਬਹੁਤ ਸਾਰੇ ਯੋਗੀਆਂ ਦੀ ਪੂਜਾ ਹੁੰਦੀ ਸੀ। ਆਪਣੀ ਅਜ਼ਮਤ ਤੇ ਆਪਣੀ ਕਰਾਮਾਤ ਦੇ ਜ਼ੋਰ ਨਾਲ ਆਪਣੀ ਪੂਜਾ ਕਰਾਉਂਦੇ ਸੀ। ਕੋਈ ਵੀ ਮਤ ਜਦੋਂ ਚੱਲਦਾ ਹੈ ਤਾਂ ਸੁਭਾਵਕ ਹੈ ਉਸ ਮਤ ਵਿੱਚ ਕੁਝ ਲੋਕ ਉਸ ਮਤ ਨੂੰ ਬਦਨਾਮ ਕਰਨ ਵਾਲੇ ਵੀ ਹੁੰਦੇ ਆ, ਉਸ ਭੇਖ ਨੂੰ ਬਦਨਾਮ ਕਰਨ ਵਾਲੇ ਵੀ ਹੁੰਦੇ ਆ, ਜਿਨ੍ਹਾਂ ਵਿੱਚ ਪਖੰਡ ਦਾ ਮਿਸ਼ਰਣ ਹੋ ਜਾਂਦਾ ਹੈ, ਵਿਖਾਵੇ ਦੀ ਬਿਰਤੀ ਆ ਜਾਂਦੀ ਹੈ। ਤਾਂ ਗੋਰਖ ਜੀ ਦੇ ਇਹ ਯੋਗੀਆਂ ਦੇ ਮਤ ਨੇ, 12 ਉਹਨਾਂ ਦੇ ਪੰਥ ਨੇ। ਉਹਨਾਂ ਯੋਗੀਆਂ ਨੇ ਗੁਰੂ ਨਾਨਕ ਸਾਹਿਬ ਨਾਲ ਵਾਰਤਾ ਕੀਤੀ, ਭ੍ਰਿਸ਼ਟ ਹੋਏ ਯੋਗੀਆਂ ਨਾਲ ਗੱਲਬਾਤ ਕੀਤੀ। ਚੰਗੀ ਬਿਰਤੀ ਦੇ ਯੋਗੀ ਉਹਨਾਂ ਨਾਲ ਵੀ ਸਤਿਗੁਰਾਂ ਨੇ ਗੱਲਬਾਤ ਕੀਤੀ। ਉਹਨਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਤਿਗੁਰਾਂ ਨੇ ਦਿੱਤੇ। ਅੱਜ ਦਾ ਪਾਵਨ ਸ਼ਬਦ ਗੁਰਦੇਵ ਨੇ ਮਛੰਦਰ ਨਾਥ ਨਾਮ ਦੇ ਇੱਕ ਯੋਗੀ ਪ੍ਰਤੀ ਉਪਦੇਸ਼ ਦਿੰਦਿਆਂ ਉਚਾਰਨ ਕੀਤਾ। ਆਓ ਕੁਝ ਸਮੇਂ ਵਾਸਤੇ ਮਨ ਔਰ ਬਿਰਤੀਆਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ, ਗੁਰਦੇਵ ਦੇ ਪਾਵਨ ਅੰਮ੍ਰਿਤ ਬਚਨ ਵਿਚਾਰੀਏ। ਹਾਜ਼ਰੀ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਸੁਣ ਮਾਸ਼ਿੰਦਰਾ ਨਾਨਕ ਬੋਲੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਰਾਗ ਰਾਮ ਕਲੀ ਵਿੱਚ ਇਹ ਪਾਵਨ ਬਚਨ ਉਚਾਰਨ ਕਰ ਰਹੇ ਨੇ। ਰਾਮ ਕਲੀ ਰਾਗ ਜੋਗੀਆਂ ਨੂੰ ਬੜਾ ਪਸੰਦ ਹੈ। ਉਹਨਾਂ ਨਾਲ ਗੱਲਬਾਤ ਵੀ ਸਤਿਗੁਰਾਂ ਨੇ ਰਾਮ ਕਲੀ ਰਾਗ ਵਿੱਚ ਕੀਤੀ ਹੈ। ਮਛੰਦਰ ਨਾਥ ਨੂੰ ਸੰਬੋਧਨ ਕਰਦਿਆਂ ਕਹਿੰਦੇ, ਮਛੰਦਰਾ ਸੁਣ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ, ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਬੋਲ। ਜੇ ਤੂੰ ਅਸਲ ਵਿੱਚ ਯੋਗ ਨੂੰ ਸਮਝਣਾ ਚਾਹੁੰਦਾ, ਯੋਗ ਕੀ ਹੈ, ਕੰਨਾਂ ਨੂੰ ਪਾੜ ਕੇ ਉਹਨਾਂ 'ਚ ਮੁੰਦਰਾਂ ਪਾਉਣ ਦੇ ਨਾਲ ਯੋਗੀ ਨਹੀਂ ਹੋ ਜਾਈਦਾ। ਹੱਥ ਵਿੱਚ ਚਿੱਪੀ ਤੇ ਡੰਡਾ ਪਕੜ ਕੇ, ਗਲ ਵਿੱਚ ਝੋਲੀ ਪਾ ਕੇ, ਸਰੀਰ ਤੇ ਸਵਾਹ ਮਲ ਕੇ, ਸਿੰਗੀ ਵਜਾ ਕੇ ਕੋਈ ਯੋਗੀ ਨਹੀਂ ਹੋ ਜਾਂਦਾ। ਸੁਣ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਹੈ, ਉਸ ਅੰਮ੍ਰਿਤ ਨਾਮ ਨੂੰ ਬੋਲ। ਬੋਲਣ ਦਾ ਹੁਕਮ ਹੈ,
ਨਾਮ ਬੋਲ ਬੋਲ ਕੇ ਹੀ ਹਿਰਦੇ ਵਿੱਚ ਉਤਰਨਾ, ਹੋਰ ਕੋਈ ਤਰੀਕਾ ਵੀ ਨਹੀਂ ਹੈ। ਰਸਨਾ ਦੁਆਰਾ ਬੋਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਹਿ ਕਹਿ ਕੇ ਰਸਨਾ ਦੁਆਰਾ ਹਿਰਦੇ 'ਚ ਉਤਰਨਾ। ਮਹਾਂਪੁਰਸ਼ ਕਹਿੰਦੇ ਐ ਪਹਿਲਾਂ ਵੈਖਰੀ ਬਾਣੀ ਦੁਆਰਾ ਪਰਮੇਸ਼ਰ ਦਾ ਨਾਮ ਜਪੀਏ, ਤੇ ਫਿਰ ਕੰਠ ਦੇ ਵਿੱਚ ਆ ਜਾਏ ਤੇ ਮੱਧਮਾ ਹੋ ਜਾਂਦੀ ਹੈ। ਹਿਰਦੇ 'ਚ ਉਤਰ ਜਾਏ ਤੇ ਪਛੰਤੀ ਹੈ। ਵਾਹਿਗੁਰੂ ਵਾਹਿਗੁਰੂ ਹਿਰਦੇ 'ਚ ਹੋਣ ਲੱਗ ਪਏ, ਪੇਟ ਦੀ ਨਾਭੀ ਤੋਂ ਵਾਹਿਗੁਰੂ ਦੀ ਧੁਨ ਉੱਠੇ ਤਾਂ ਉਹ ਪਰਾ ਬਾਣੀ ਹੈ। ਇਹ 4 ਪ੍ਰਕਾਰ ਦੀਆਂ ਬਾਣੀਆਂ ਨੇ ਤੇ 4 ਪ੍ਰਕਾਰ ਦੀਆਂ ਬਾਣੀਆਂ ਦੁਆਰਾ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ। ਪਰਾ, ਪਛੰਤੀ, ਮੱਧਮਾ, ਵੈਖਰੀ। ਵੈਖਰੀ ਆ ਜੋ ਜ਼ੁਬਾਨ ਤੋਂ ਬੋਲ ਰਹੇ, ਪਰ ਇਹਦੇ ਤੋਂ ਪਹਿਲਾਂ ਕੰਠ ਵਿੱਚੋਂ ਜ਼ੁਬਾਨ ਤੱਕ ਆਈ ਹੈ। ਜਿਹੜੀ ਕੰਠ ਵਿੱਚ ਹੈ ਉਹਨੂੰ ਕਹਿੰਦੇ ਨੇ ਮੱਧਮਾ, ਪਰ ਕੰਠ ਵਿੱਚ ਆਉਣ ਤੋਂ ਪਹਿਲਾਂ ਹਿਰਦੇ ਵਿੱਚ ਸੀ, ਤੇ ਹਿਰਦੇ ਵਿੱਚ ਜਿਹੜੀ ਬਾਣੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਛੰਤੀ। ਪਰ ਉਸ ਤੋਂ ਪਹਿਲਾਂ ਜਿੱਥੋਂ ਹਵਾ ਉੱਠੀ ਹੈ, ਸ਼ਬਦ ਉੱਠੇ ਨੇ, ਉਹ ਹੈ ਨਾਭੀ, ਉਹਨੂੰ ਕਹਿੰਦੇ ਨੇ ਪਰਾ ਬਾਣੀ। ਉੱਥੇ ਤੱਕ ਪਹੁੰਚਣਾ। ਤੋ ਇਹ 4 ਪ੍ਰਕਾਰ ਦੀ ਬਾਣੀ ਹੈ, ਪਰ ਪਹਿਲਾਂ ਰਸਨਾ ਦੁਆਰਾ ਹੀ ਜਪਣਾ ਪੈਣਾ ਵਾਹਿਗੁਰੂ ਵਾਹਿਗੁਰੂ। ਤਾਂ ਹੀ ਇੱਥੇ ਸਾਹਿਬ ਕਹਿ ਰਹੇ ਨੇ ਨਾਨਕ ਬੋਲੇ। ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲਾਂ ਰਸਨਾ ਨਾਲ ਬੋਲੋ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪਹਿਲਾਂ ਰਸਨਾ ਦੁਆਰਾ ਬੋਲੋ, ਰਸਨਾ ਦੁਆਰਾ ਜਪੋ। ਵਸਗਤ ਪੰਚ ਕਰੇ ਨਹਿ ਡੋਲੇ। ਅਸਲ ਵਿੱਚ ਮਛੰਦਰ ਨਾਥ ਜੀ ਯੋਗੀ ਉਹ ਹੈ, ਅਤੀਤ ਉਹ ਹੈ ਜਿਹੜਾ ਪੰਜਾਂ ਨੂੰ ਵਸ ਵਿੱਚ ਕਰ ਲਵੇ ਤੇ ਉਹਨਾਂ ਨੂੰ ਵੇਖ ਕੇ ਡੋਲੇ ਨਾ। ਪੰਜਾਂ ਨੂੰ ਵਸ 'ਚ ਕਰ ਲਵੇ, ਉਹਨਾਂ ਦੀ ਚਾਲ ਪੰਜਾਂ ਦੀ ਕਾਬੂ 'ਚ ਕਰ ਲਵੇ। 5 ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਜਿਹੜੇ 5 ਵਿਕਾਰ ਨੇ, ਇਹਨਾਂ ਨੂੰ ਵਸ 'ਚ ਕਰ ਲੈਣਾ। ਕਾਮ ਆਵੇ ਤੇ ਕਾਮ ਨੂੰ ਵੇਖ ਕੇ ਡੋਲੇ ਨਾ, ਕ੍ਰੋਧ ਆਵੇ ਤੇ ਕ੍ਰੋਧ ਨੂੰ ਵੇਖ ਕੇ ਨਾ ਡੋਲੇ। ਮੋਹ, ਹੰਕਾਰ, ਲੋਭ, ਇਹ ਵਿਕਾਰ ਆਵਣ ਤੇ ਉਹਨਾਂ ਨੂੰ ਵੇਖ ਕੇ ਰੰਚਕ ਭਰ ਵੀ ਨਾ ਡੋਲੇ। ਉਹਨੂੰ ਅਤੀਤ ਕਹਿੰਦੇ ਨੇ। ਮਛੰਦਰ ਨਾਥ ਉਹਨੂੰ ਯੋਗੀ ਕਹਿੰਦੇ। ਅਸਲ ਵਿੱਚ ਯੋਗੀ ਦੀ ਪਰਿਭਾਸ਼ਾ ਇਹ ਹੈ ਜਿਹਦੇ ਤੇ 5 ਵਿਕਾਰ ਹਾਵੀ ਨਾ ਹੋਵਣ। ਤੁਸੀਂ ਯੋਗ ਪਾਲਦੇ ਹੋ, ਕੰਨਾਂ 'ਚ ਮੁੰਦਰਾਂ ਨੇ, ਇਹਨਾਂ ਕੰਨਾਂ ਦੀਆਂ ਮੁੰਦਰਾਂ ਨੂੰ ਧਾਰਨ ਕਰਕੇ, ਯੋਗ ਦੇ ਬਾਹਰਲੇ ਚਿੰਨ੍ਹਾਂ ਨੂੰ ਧਾਰਨ ਕਰਕੇ ਤੁਹਾਡੇ ਅੰਦਰ ਇਹ 5 ਵਿਕਾਰ ਵੀ ਪ੍ਰਬਲ ਹੋ ਰਹੇ ਨੇ। ਫਿਰ ਯੋਗੀ ਕਿਵੇਂ ਹੋ ਗਏ? ਯੋਗੀ ਤਾਂ ਉਹ ਹੈ ਜਿਹੜਾ ਇਹਨਾਂ 5 ਦੀ ਗਤੀ ਨੂੰ ਵਸ 'ਚ ਕਰ ਲਵੇ, ਕੰਟਰੋਲ 'ਚ ਕਰ ਲਵੇ। ਜੋ ਕਾਮ ਦੇ ਵਸ ਨਾ ਹੋਵੇ, ਕ੍ਰੋਧ ਦੇ ਵਸ ਨਾ ਹੋਵੇ, ਉਲਟਾ ਕਾਮ, ਕ੍ਰੋਧ ਆਦਿਕ ਵਿਕਾਰ ਉਹਦੇ ਵਸ 'ਚ ਹੋ ਜਾਣ, ਉਹਦੇ ਕਾਬੂ ਵਿੱਚ ਆ ਜਾਣ, ਉਹਨੂੰ ਕਹਿੰਦੇ ਆ ਯੋਗੀ। ਵਸਗਤ ਪੰਚ, ਵਸਗਤ ਪੰਚ ਕਰੇ ਨਹਿ ਡੋਲੇ। ਇਹਨਾਂ 5 ਨੂੰ ਵਸ 'ਚ ਕਰ ਲਵੇ ਤੇ ਵਿਕਾਰਾਂ ਨੂੰ ਵੇਖ ਕੇ ਨਾ ਡੋਲੇ। ਐਸੀ ਜੁਗਤ ਜੋਗ ਕੋ ਪਾਲੇ। ਇਹੋ ਜੀ ਜੁਗਤ ਦੁਆਰਾ ਯੋਗ ਦੀ ਪਾਲਣਾ ਕਰੇ ਜੋ ਉੱਪਰ ਦੱਸੀ ਹੈ। ਇਸ ਜੁਗਤ ਨਾਲ ਯੋਗ ਨੂੰ ਪਾੜੋ। ਤੁਸੀਂ ਤਾਂ ਯੋਗ ਦਾ ਸਰੂਪ ਹੀ ਬਦਲ ਦਿੱਤਾ ਹੈ। ਯੋਗ ਕੀ ਸੀ? ਯੋਗ ਸੀ ਚਿੱਤ ਵਿਰਤੀਆਂ ਨੂੰ ਰੋਕਣ ਦਾ ਨਾਮ ਹੈ ਯੋਗ। ਯੋਗ ਸ਼ਾਸਤਰ ਦਾ ਸਭ ਤੋਂ ਮੁੱਖ ਸੂਤਰ ਹੈ ਜਿਸ ਦੇ ਆਧਾਰ ਤੇ ਸਾਰਾ ਯੋਗ ਸ਼ਾਸਤਰ ਲਿਖਿਆ ਗਿਆ ਪਤੰਜਲੀ ਜੀ ਵੱਲੋਂ। ਉਹ ਹੈ ਯੋਗਾ ਚਿਤ ਵਿਰਤੀ ਨਿਰੋਧਾ। ਯੋਗ ਉਹ ਹੈ
ਜਿਹੜਾ ਆਪਣੇ ਚਿੱਤ ਬਿਰਤੀਆਂ ਨੂੰ ਕਾਬੂ ਕਰ ਲਵੇ, ਰੋਕ ਲਵੇ, ਵਸ ਵਿੱਚ ਕਰ ਲਵੇ, ਉਹਨੂੰ ਕਹਿੰਦੇ ਨੇ ਯੋਗੀ, ਉਹਨੂੰ ਕਹਿੰਦੇ ਨੇ ਯੋਗ। ਪਰ ਤੁਸੀਂ ਤਾਂ ਯੋਗ ਦਾ ਰੂਪ ਬਾਰ-ਬਾਰ ਹੀ ਮੰਨ ਲਿਆ, ਅਸਲ ਵਿੱਚ ਯੋਗ ਨੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ। ਮਹਾਰਾਜ ਜੀ ਕਹਿੰਦੇ ਉੱਪਰ ਜਿਹੜਾ ਅਸੀਂ ਜੁਗਤ ਦੱਸੀ ਹੈ ਨਾ ਵੀ ਪੰਜਾਂ ਨੂੰ ਵਸ 'ਚ ਕਰ ਲੈਣਾ, ਜਿਹੜਾ ਇਸ ਜੁਗਤ ਦੇ ਦੁਆਰਾ ਯੋਗ ਦੀ ਪਾਲਣਾ ਕਰਦਾ ਹੈ, ਆਪ ਤਰੈ ਸਗਲੇ ਕੁਲ ਤਾਰੇ। ਉਹ ਆਪ ਤਰ ਜਾਂਦਾ ਹੈ ਔਰ ਆਪਣੇ ਨਾਲ ਆਪਣੀਆਂ ਸਾਰੀਆਂ ਕੁਲਾਂ ਵੀ ਤਾਰ ਲੈਂਦਾ ਹੈ। ਆਪ ਤਰ ਜਾਂਦਾ ਹੈ ਔਰ ਆਪਣੇ ਨਾਲ ਆਪਣੀਆਂ ਸਾਰੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦਾ, ਤਾਰ ਲੈਂਦਾ ਹੈ। ਸੋ ਅਦਭੁਤ ਐਸੀ ਮਤ ਪਾਵੈ। ਅਸਲ ਵਿੱਚ ਅਵਧੂਤ ਉਹ ਹੈ ਜਿਹੜਾ ਐਸੀ ਮਤ ਨੂੰ ਪ੍ਰਾਪਤ ਕਰ ਲਵੇ। ਅਵਧੂਤ, ਅਵਧੂਤ ਦਾ ਮਤਲਬ ਹੁੰਦਾ ਹੈ ਵਿਰਕਤ, ਜੋ ਸਭ ਕੁਝ ਛੱਡ ਦੇਵੇ, ਕਿਸੇ ਚੀਜ਼ ਦਾ ਗੁਲਾਮ ਨਾ, ਇੱਥੋਂ ਤੱਕ ਕਿ ਅੰਨ ਤੇ ਪਾਣੀ ਦਾ ਵੀ ਗੁਲਾਮ ਨਾ ਰਹੇ। ਮਿਲ ਜਾਏ ਤਾਂ ਆਨੰਦ, ਨਾ ਮਿਲੇ ਤੇ ਤਾਂ ਵੀ ਆਨੰਦ। ਬਾਕੀ ਹੋਰ ਤਾਂ ਗੱਲਾਂ ਦੂਸਰੀਆਂ ਬੜੀਆਂ ਪਾਸੇ ਦੀਆਂ ਨੇ। ਬਿਲਕੁਲ ਵਿਰਕਤ ਹੋ ਜਾਏ। ਵਿਰਕਤਤਾ ਕੇਵਲ ਤੁਸੀਂ ਗ੍ਰਸਥ ਮਾਰਗ ਦਾ ਤਿਆਗ ਕਰਕੇ, ਘਰ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ ਚਲੇ ਜਾਓ ਤੇ ਵਿਰਕਤ ਹੋ ਜਾਓ, ਕੇਵਲ ਇਸੇ ਦਾ ਨਾਮ ਵਿਰਕਤ ਨਹੀਂ। ਵਿਰਕਤ ਦਾ ਮਤਲਬ ਹੈ ਕਿਸੇ ਵੀ ਚੀਜ਼ ਦੇ ਤੁਸੀਂ ਆਦੀ ਨਾ ਰਹੋ। ਸਮਸਤ ਪ੍ਰਕਾਰ ਦੀਆਂ ਪਦਾਰਥਾਂ, ਵਾਸ਼ਨਾਵਾਂ ਤੋਂ ਮੁਕਤ ਹੋ ਜਾਣਾ, ਉਹਨੂੰ ਕਹਿੰਦੇ ਨੇ ਵਿਰਕਤ, ਅਵਧੂਤ। ਅਵਧੂਤ ਦਾ ਮਤਲਬ ਹੁੰਦਾ ਵਿਰਕਤ ਹੋ ਜਾਣਾ, ਛੱਡ ਦੇਣਾ, ਸਭ ਕੁਝ ਤਿਆਗ ਦੇਣਾ, ਸੁਤੇ ਸਿੱਧ ਛੁੱਟ ਜਾਣਾ। ਜੋ ਸੁਤੇ ਸਿੱਧ ਛੁੱਟ ਜਾਏ ਉਹਨੂੰ ਕਹਿੰਦੇ ਨੇ ਅਵਧੂਤ। ਬਹੁਤ ਵਿਰਲੇ ਨੇ ਐਸੇ ਅਵਧੂਤ ਇਸ ਸੰਸਾਰ ਵਿੱਚ। ਅਵਧੂਤ ਹੋਣ ਦਾ ਦਾਅਵਾ ਕਰਨ ਵਾਲੇ ਬੜੇ ਮਿਲਣਗੇ, ਜਿਹੜੇ ਆਖਣਗੇ ਅਸੀਂ ਵਿਰਕਤ ਹਾਂ ਜੀ, ਅਸੀਂ ਅਵਧੂਤ ਹਾਂ ਜੀ। ਪਰ ਵਾਸਤਵਿਕ ਰੂਪ ਵਿੱਚ ਅਵਧੂਤ ਹੋ ਜਾਣਾ ਐਸਾ ਕੋਈ ਵਿਰਲਾ ਹੀ ਹੋਵੇਗਾ। ਵਿਰਕਤ ਹੋ ਜਾਣਾ। ਤੋ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਅਵਧੂਤ ਉਹ ਹੈ ਜੋ ਐਸੀ ਮਤ ਨੂੰ ਪ੍ਰਾਪਤ ਕਰ ਲਵੇ, ਐਸੀ ਮਤ ਨੂੰ ਧਾਰਨ ਕਰ ਲਵੇ। ਅਹਨਿਸ ਸੁਨ ਸਮਾਧ ਸਮਾਵੈ। ਕਿ ਰਾਤ ਦਿਨ ਉਹਦੀ ਸੁਰਤ ਸਮਾਧੀ ਵਿੱਚ ਵਿਲੀਨ ਹੋ ਜਾਏ, ਸੁਨ ਸਮਾਧੀ ਵਿੱਚ। ਉਹਨੂੰ ਕਹਿੰਦੇ ਨੇ ਅਵਧੂਤ। ਜਿੱਥੇ ਕੋਈ ਫੁਰਨਾ ਹੀ ਨਾ ਫੁਰੇ, ਐਸੀ ਅਵਸਥਾ, ਐਸੀ ਸੁਨ ਸਮਾਧੀ, ਐਸੀ ਅਫੁਰ ਅਵਸਥਾ ਜਿੱਥੇ ਕੋਈ ਫੁਰਨਾ, ਕੋਈ ਸੰਕਲਪ, ਕੋਈ ਵਿਕਲਪ ਹਿਰਦੇ ਵਿੱਚ ਉਤਪੰਨ ਹੀ ਨਾ ਹੋਵੇ, ਉਹਨੂੰ ਕਹਿੰਦੇ ਨੇ ਅਵਧੂਤ। ਤੇ ਐਸੇ ਅਵਧੂਤ ਨੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਐਸੇ ਅਵਧੂਤ ਨੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ। ਐਸੇ ਅਵਧੂਤ ਨੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ, ਭਾਈ ਗੁਰਦਾਸ ਜੀ, ਜਿਹੜੇ ਸੁਨ ਸਮਾਧੀ, ਜਿੱਥੇ ਕੋਈ ਫੁਰਨਾ ਹੀ ਨਹੀਂ। ਜੇ ਗੁਰੂ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਕੁਝ ਮੰਗੋ ਤਾਂ ਕਹਿੰਦੇ ਮਹਾਰਾਜ ਕੀ ਮੰਗੀਏ, ਕੋਈ ਇੱਛਾ ਹੀ ਨਹੀਂ ਹੈ, ਕੋਈ ਫੁਰਨਾ ਹੀ ਨਹੀਂ ਹੈ। ਬੜੇ ਬੜੇ ਮਹਾਂਪੁਰਸ਼ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਅਵਧੂਤ ਅਵਸਥਾ ਨੂੰ ਪ੍ਰਾਪਤ ਹੋਏ। ਉਦਾਸੀਨ ਸੰਪਰਦਾਇ ਜਿਸ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਹਨ, ਗੁਰੂ ਨਾਨਕ ਸਾਹਿਬ ਦੇ ਹੁਕਮ ਨਾਲ ਇਹ ਸੰਪਰਦਾਇ ਚੱਲੀ ਹੈ। ਉਹਦੇ ਵਿੱਚ ਕਿੰਨੇ ਕਿੰਨੇ ਅਵਧੂਤ ਮਹਾਂਪੁਰਸ਼ ਹੋਏ। ਬਾਬਾ ਪ੍ਰੀਤਮ ਦਾਸ ਜੀ ਵਰਗੇ, ਜਿਨ੍ਹਾਂ ਨੇ
ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਾਣ ਵਾਲੀ ਹੰਸਲੀ ਦੀ ਸੇਵਾ ਕੀਤੀ। ਬਾਬਾ ਬਨਖੰਡੀ ਜੀ ਜੈਸੇ ਉਦਾਸੀ महापुरुष तो कितने ही अवधूत हुए, कितने महापुरुष हुए। सचखंड श्री हजूर साहब की पावन पवित्र धरती ते जगत माता माता साहिब देवां जी खालसे दे पूजनीक माता जी का तप स्थान है। माता साहिब देवां जी का गोदावरी दे कंढे उत्थे पहला केवल छोटा जिहा थड़ा सी, गोदावरी का पानी चढ़ जाना। एक महापुरुष होए बाबा मेत सिंह जी निहंग सिंह, ऐसे विरक्त ऐसे अवधूत से कि उत्थे उन्होंने बहुत सारे सिंघां नूं पढ़ाया, गुरबाणी की संथ्या कराई, बड़े बड़े महापुरुषां ने उन्हां कोलों संथ्या की। विद्वान सन। छोटी जी छन पा के पहला उत्थे महाराज जी का प्रकाश किया। कई बारी पानी चढ़ आउणा गोदावरी का, बादशाह का स्वरूप लैके बाबा मेत सिंह ते धर्म सिंह जी ने दरखत के सिखर ते चढ़ के बैठना, पानी थल्लों लंघ जाना, फिर उतर आउणा। अज उत्थे महान वड्डे पवित्र स्थान ने। रेत विच बह जाना, बाटे मांजी जाने, सरबलोह दे ਸਿੰਘਾਂ ਨੂੰ ਉੱਤੇ ਬਿਠਾ देना, पलगे तो उन्हां कोलों संथ्या गुरबाणी की सुनी जानी, उन्हां नूं नाल संथ्या कराई जानी। हर वेले सेवा के रंग च तत्पर रहना। कितने कितने महापुरुष, कोई एक होवे तां गल करिए। गुरु नानक साहब दे घर विच ऐसे अनेकां अवधूत ने, विरक्त ने। सारी जिंदगी महाराज जी दे घर की सेवा की, माता साहब देवां जी दे स्थान की सेवा की। जिन्हां जानवरां नूं भी स्पर्श हो गया उन्हां दा, वो भी खेड़े च खिड़ गए, आनंद नूं प्राप्त हो गए। सो इत्थे महाराज जी कह रहे ने कि असल विच अवधूत वो है जिहड़ा रात दिन अफुर समाधि च, जिथे कोई फुरना ही ना फुरे, जिथे कोई संकल्प विकल्प ही ना होवे, ऐसी अवस्था विच समाधि लग जानी, उत्थे सुरत चली जानी। कहंदे जिस दी सुरत उत्थे चली गई है वो अवधूत है, वो विरक्त है। रहाओ भिखिया पाए भगत पै चलै। कहंदे असल विच योगी वो है जिहड़ा ये भिक्षा लवे। योगी भिक्षा मंगते है, दरां दरां ते जाते है, अलख जगाउंदे है, भिखिया मंगते है। कहते भिखिया, भिखिया की है योगी लई? पाए भगत पै चलै। प्रेमा भगती नूं धारण करके परमेश्वर दे पै विच चले, ये भिखिया लवे योगी। रोटियां दी भिखिया लैके चिप्पी भर लैनी ते खा के ढिड भर लेना, ये भिखिया नहीं। मछंदर जी, भिखिया है परमेश्वर दी प्रेमा भगती दी भिक्षा। वाहिगुरु दी प्रेमा भगती दी भिक्षा लैके उहदे पै विच उस निरंकार दे डर दे विच चलना, उहदे पै विच रहना, ये भिखिया लैके चले। होवै सो त्रिपत संतोख अमुल्ला। कहंदे अक्सर लोग योगी की करदे सी? शराब पीनी, ओहदे अमल विच झूलना, प्याले भर के पीने मस्ती विच, पितवा पितवा पितवा, तावत लग तब पितवा, जब लग सुध न भूलते। ਇਹ ਇਹਨਾਂ ਦਾ ਸਿਧਾਂਤ ਸੀ ਯੋਗੀਆਂ ਦੇ ਇੱਕ ਮਤ ਦਾ। ਵਾਮ ਮਾਰਗੀ ਕਹਿੰਦੇ ਉਦੋਂ ਤੱਕ ਪੀਵੋ 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 ਜਦ ਤੱਕ ਪੀ ਕੇ ਤੁਸੀਂ ਸੁੱਧ ਬੁੱਧ ਨਾ ਭੁੱਲ ਜਾਓ।
ਫਿਰ ਸੁਧ ਚਾਓ ਫਿਰ ਪੀ ਲਓ। ਸਾਹਿਬ ਕਹਿੰਦੇ ਕਿਹੋ ਜਿਹੇ ਅਮਲ ਨੇ ਜਿਨ੍ਹਾਂ ਨੂੰ ਖਾ ਕੇ ਪੀ ਕੇ ਤੁਹਾਨੂੰ ਆਪਣੇ ਪਰਾਏ ਦੀ ਸੋਝੀ ਨਾ ਰਹੇ। ਸਾਹਿਬ ਕਹਿੰਦੇ ਭਾਈ ਸੰਤੋਖ ਦਾ ਅਮਲ ਕਰਕੇ ਤ੍ਰਿਪਤ ਹੋ ਜਾਓ। ਜੇ ਅਮਲ ਕਰਨਾ ਤਾਂ ਸਬਰ ਦਾ ਕਰੋ, ਸੰਤੋਖ ਦਾ ਕਰੋ। ਇਹ ਸਬਰ ਤੇ ਸੰਤੋਖ ਦਾ ਅਮਲ ਐਸਾ ਹੈ ਜਿਹੜਾ ਇਸ ਅਮਲ ਨੂੰ ਕਰ ਲੈਂਦਾ ਉਹ ਲੋਕ ਪਰਲੋਕ ਦੀਆਂ ਖਵਾਹਿਸ਼ਾਂ ਤੋਂ ਤ੍ਰਿਪਤ ਹੋ ਜਾਂਦਾ। ਉਹਦੇ ਅੰਦਰ ਕੋਈ ਖਵਾਹਿਸ਼ ਰਹਿੰਦੀ ਨਹੀਂ। ਦੂਸਰਾ ਅਰਥ ਹੈ ਸੰਤੋਖ ਅਮੁੱਲ ਹੈ। ਜਿਹੜਾ ਇਹ ਸੰਤੋਖ ਹੈ ਇਹ ਅਮੁੱਲ ਹੈ। ਇਹਦਾ ਕੋਈ ਮੁੱਲ ਨਹੀਂ ਹੈ ਕਿ ਕੋਈ ਪੈਸਾ ਦੇ ਕੇ ਜਾਂ ਮੁੱਲ ਦੇ ਕੇ ਖਰੀਦਿਆ ਜਾ ਸਕੇ। ਜਿਹਨੂੰ ਇਹ ਸੰਤੋਖ ਪ੍ਰਾਪਤ ਹੋ ਜਾਂਦਾ ਹੈ ਉਹ ਤ੍ਰਿਪਤ ਹੋ ਜਾਂਦਾ ਹੈ। ਧਿਆਨ ਰੂਪ ਹੋਏ ਆਸਣ ਪਾਵੈ। ਧਿਆਤਾ ਧਿਆਉਂਦਾ ਧਿਆਉਂਦਾ ਜਿਸ ਨੂੰ ਧਿਆਰਿਆ ਉਸੇ ਦਾ ਰੂਪ ਹੋ ਜਾਏ। ਤਿੰਨ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਧਿਆਤਾ, ਦੂਜਾ ਹੁੰਦਾ ਧਿਆਨ, ਤੀਜਾ ਹੁੰਦਾ ਧੇ। ਆਪਾਂ ਸਾਰੇ ਹਾਂ ਧਿਆਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਧੇ, ਜਿਨ੍ਹਾਂ ਨੂੰ ਧਿਆਉਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਔਰ ਸਾਡੇ ਵਿੱਚ ਜਿਹੜਾ ਕਨੈਕਸ਼ਨ ਜੋੜੇ ਉਹਨੂੰ ਕਹਿੰਦੇ ਨੇ ਧਿਆਨ। ਜਿਹੜੀ ਵਿਰਤੀ ਕੰਮ ਕਰ ਰਹੀ ਹੈ ਨਾ ਵਿੱਚ ਜੋੜਨ ਦਾ, ਜਿਹਨੂੰ ਸੰਪਰਕ ਸਾਧਨ ਕਹਿ ਸਕਦੇ ਆ, ਵੀ ਸੰਪਰਕ ਬਣਾ ਰਹੀ ਹੈ ਉਸ ਸਤਿਗੁਰਾਂ ਦੇ ਨਾਲ ਜਿਹੜੀ ਵਿਰਤੀ, ਉਹਨੂੰ ਕਹਿੰਦੇ ਨੇ ਧਿਆਨ। ਇਹਨੂੰ ਕਹਿੰਦੇ ਨੇ ਤ੍ਰਿਪਟੀ। ਕਹਿੰਦੇ ਧਿਆਤਾ ਧਿਆਉਂਦਾ 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 ਧਿਆਨ ਦੀ ਪ੍ਰਕਿਰਿਆ ਦੁਆਰਾ ਧੇ ਵਿੱਚ ਮਿਲ ਕੇ ਇੱਕ ਮਿਕ ਹੋ ਜਾਵੇ, ਅਭੇਦ ਹੋ ਜਾਵੇ, ਉਹਦੇ 'ਚ ਮਿਲ ਜਾਏ। ਗੁਰੂ ਨਾਨਕ ਪਾਤਸ਼ਾਹ ਜੀ ਇੱਕ ਦਿਨ ਆਸਣ ਤੇ ਬੈਠੇ, ਅਚਾਨਕ ਪੈਰਾਂ ਵਿੱਚੋਂ ਸਾਹਿਬ ਦੇ ਖੂਨ ਸਿੰਮਣ ਲੱਗ ਪਿਆ, ਜਿਵੇਂ ਕੰਡੇ ਵੱਜੇ ਹੋਣ, ਝਾੜੀਆਂ ਲੱਗੀਆਂ ਹੋਣ, ਪੈਰਾਂ ਦੇ ਉੱਤੇ ਕੰਡਿਆਂ ਦੀਆਂ ਝਰੀਟਾਂ ਨੇ। ਵੇਖ ਕੇ ਹੈਰਾਨ ਹੋਏ ਸਿੱਖ ਮਹਾਰਾਜ ਇਹ ਕੀ। ਸਾਹਿਬ ਕਹਿੰਦੇ ਸਾਡਾ ਇੱਕ ਸਿੱਖ ਸੋਹਿਲਾ ਸਾਹਿਬ ਦੇ ਉਚਾਰੇ ਹੋਏ ਸ਼ਬਦ ਪੜ੍ਹ ਰਿਹਾ ਔਰ ਉਹ ਭੇਡਾਂ ਚਾਰ ਰਿਹਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਦਾ ਧਿਆਨ ਐਸਾ ਵਲੀਨ ਹੋ ਗਿਆ ਸਾਡੇ ਵਿੱਚ ਕਿ ਉਹ ਆਪਣੀ ਸੁੱਧ ਬੁੱਧ ਭੁੱਲ ਗਿਆ। ਉਹਦੇ ਚਰਨਾਂ ਵਿੱਚ ਲੱਗ ਰਹੇ ਕੰਡੇ ਉਹ ਸਾਡੇ ਚਰਨਾਂ ਤੇ ਆ ਕੇ ਵੱਜ ਰਹੇ ਨੇ, ਪਰ ਅਸੀਂ ਉਹਨੂੰ ਦਰਦ ਨਹੀਂ ਹੋਣ ਦੇ ਰਹੇ, ਪੀੜਾ ਨਹੀਂ ਵਿਆਪਣ ਦੇ ਰਹੇ। ਇਹ ਜਨਮ ਸਾਖੀ ਦਾ ਬਚਨ ਹੈ। ਬਕਾਇਦਾ ਟਿਕਾਣਾ ਦੱਸਿਆ ਵੀ ਫਲਾਣੀ ਜਗ੍ਹਾ ਤੇ ਹੈ, ਉਹ ਸਿੱਖ ਨੂੰ ਬੁਲਾ ਕੇ ਲੈ ਆਓ। ਧਿਆਨ ਰੂਪ ਹੋ ਜਾਣਾ ਤੇ ਇਹਦੇ ਵਿੱਚ ਹੀ ਮਿਲ ਕੇ ਇੱਕ ਮਿਕ ਹੋ ਜਾਣਾ। ਉਹਨੂੰ ਇੱਥੇ ਕਹਿ ਰਹੇ ਨੇ ਧਿਆਨ ਰੂਪ ਹੋਏ ਆਸਣ ਪਾਵੈ। ਜਿਸ ਨੂੰ ਧਿਆਰੇ ਆ ਉਹਦਾ ਰੂਪ ਹੋ ਜਾਣਾ। ਕਹਿੰਦੇ ਇਹ ਹੈ ਆਸਣ ਯੋਗੀ ਜੀ। ਇਹ ਆਸਣ ਪ੍ਰਾਪਤ ਕੀਤਾ ਤੁਸੀਂ ਕਹਿੰਦੇ ਹੋ ਮੈਂ ਸਿੱਧ ਆਸਣ ਸਾਧਿਆ, ਮੈਂ ਪਦਮ ਆਸਣ ਤੇ ਬਹਿਨਾ, ਮੈਂ ਕੂਰਮ ਆਸਣ ਨੂੰ ਸਾਧਿਆ, ਮੈਂ ਵਜਰ ਆਸਣ ਨੂੰ ਸਾਧਿਆ, ਮੈਂ ਪਵਨ ਮੁਕਤ ਆਸਣ ਨੂੰ ਸਾਧਿਆ, ਮੈਂ ਉਰਧ ਆਸਣ ਨੂੰ ਸਾਧਿਆ, ਮੈਂ ਧਨੁਸ਼ ਆਸਣ ਨੂੰ। 84 ਆਸਣ ਮੁੱਖ ਨੇ। ਆ ਵੀ ਆਸਣ ਹੈ ਜੀ ਸਾਡਾ, ਇਹ ਵੀ ਆਸਣ ਹੈ ਜੀ। ਵਜਰ ਆਸਣ ਹੈ, ਮਯੂਰ ਆਸਣ ਹੈ। 84 ਲੱਖ ਜੂਨੀਆਂ ਦੀ ਬੈਠਕ ਜਿਹੜੀ ਹੈ ਉਹ ਸਾਰੇ ਆਸਣ ਨੇ। 84 ਲੱਖ ਆਸਣਾਂ ਦੇ ਵਿੱਚੋਂ 84 ਮੁੱਖ ਨੇ। 84 ਦੇ ਵਿੱਚੋਂ ਫਿਰ 16 ਮੁੱਖ ਨੇ। 16 ਵਿੱਚੋਂ ਫਿਰ 8 ਮੁੱਖ ਨੇ।
ਤੇ 8 ਵਿੱਚੋਂ ਫਿਰ 4 ਮੁਖ ਨੇ ਤੇ 4ਾਂ ਚੋਂ ਅਖੀਰ ਚ ਕੇਵਲ 2 ਹੀ ਮੁਖ ਰਹਿ ਜਾਂਦੇ ਨੇ, ਸਿੱਧ ਆਸਣ ਤੇ ਪਦਮ ਆਸਣ। ਪਾਤਸ਼ਾਹ ਕਹਿੰਦੇ ਤੁਸੀਂ ਇਹ ਆਸਣਾਂ ਨੂੰ ਤਾਂ ਜਾਣਦੇ ਹੋ, ਪਰ ਅਸਲ ਵਿੱਚ ਯੋਗੀ ਦਾ ਆਸਣ ਕੀ ਹੈ? ਜਿਸ ਨੂੰ ਧਿਆਰਿਆ ਉਹਦੇ ਵਿੱਚ ਮਿਲ ਕੇ ਅਭੇਦ ਹੋ ਜਾਏ, ਐਸੇ ਆਸਣ ਤੇ ਟਿਕ ਜਾਏ, ਐਸੇ ਆਸਣ ਦੇ ਉੱਤੇ ਉਹਦੀ ਸਥਿਤੀ ਹੋ ਜਾਵੇ। ਕਹਿੰਦੇ ਉਹੀ ਯੋਗੀ ਦਾ ਆਸਣ ਹੈ। ਸਚ ਨਾਮ ਤਾੜੀ ਚਿਤ ਲਾਵੈ। ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਦੇ ਨਾਲ ਆਪਣੀ ਤਾੜੀ ਲਾਉਣੀ, ਚਿੱਤ ਜੋੜਨਾ, ਇਹ ਤਾੜੀ ਲਾਉਣੀ। ਅਕਸਰ ਯੋਗੀ ਤਾੜੀ ਮਾਰਦੇ, ਕਹਿੰਦੇ ਸਾਡੀ ਤਾੜੀ ਲੱਗ ਗਈ। ਮਹਾਰਾਜ ਕਹਿੰਦੇ ਨਾਮ 'ਚ ਚਿੱਤ ਲੱਗ ਜੇ, ਇਹੀ ਤਾੜੀ ਹੈ। ਸੱਚੇ ਨਾਮ ਦੇ ਵਿੱਚ ਚਿੱਤ ਨੂੰ ਲਾਉਣਾ, ਇਹੀ ਅਸਲ ਵਿੱਚ ਤਾੜੀ ਹੈ। ਨਾਨਕ ਬੋਲੇ ਅੰਮ੍ਰਿਤ ਬਾਣੀ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਵਾਹਿਗੁਰੂ ਦੀ ਅੰਮ੍ਰਿਤ ਬਾਣੀ ਬੋਲਦੇ ਹਾਂ। ਸੁਣ ਮਾ ਸ਼ਿੰਦਰਾ ਸੁਣ ਮਾ ਸ਼ਿੰਦਾ ਔਧੂ ਨਿਸ਼ਾਨੀ। ਮਛੰਦਰਨਾਥ ਸੁਣ, ਤੈਨੂੰ ਅਵਧੂਤ ਦੀ ਇੱਕ ਹੋਰ ਨਿਸ਼ਾਨੀ ਦੱਸਾਂ, ਵਿਰਕਤ ਦੀ। ਉੱਪਰ ਵੀ ਦੱਸ ਆਏ ਨੇ ਵਿਰਕਤ ਕੌਣ ਹੈ। ਕਹਿੰਦੇ ਵਿਰਕਤ ਦੀ ਇੱਕ ਨਿਸ਼ਾਨੀ ਤੈਨੂੰ ਹੋਰ ਦੱਸ ਦਿਆਂ, ਉਹ ਵੀ ਸੁਣ ਧਿਆਨ ਨਾਲ। ਆਸਾ ਮਾਹੇ ਨਿਰਾਸ ਵਲਾਏ। ਕਹਿੰਦੇ ਅਵਧੂਤ ਦੀ, ਵਿਰਕਤ ਦੀ ਇੱਕ ਵੱਡੀ ਨਿਸ਼ਾਨੀ ਇਹ ਵੀ ਹੈ ਕਿ ਆਸਾਂ ਵਿੱਚ ਰਹਿੰਦਾ ਹੋਇਆ ਵੀ ਨਿਰਾਸ਼ ਰਹੇ। ਆਸਾਵਾਂ ਵਿੱਚ, ਗ੍ਰਸਥ ਮਾਰਗ ਵਿੱਚ ਵਿਚਰਦਿਆਂ ਹੋਇਆਂ ਵੀ ਨਿਰਾਸ਼ ਹੋ ਕੇ ਵਿਚਰੇ। ਵਲਾਵੇ ਦਾ ਮਤਲਬ ਜੀਵਨ ਨੂੰ ਬਤੀਤ ਕਰੇ ਉਪਰਾਮਤਾ ਸਹਿਤ, ਵਿਰਾਗ ਸਹਿਤ। ਕਹਿੰਦੇ ਉਹਨੂੰ ਵੀ ਅਸੀਂ ਵਿਰਕਤ ਮੰਨਦੇ ਹਾਂ, ਅਵਧੂਤ ਮੰਨਦੇ ਹਾਂ, ਭਾਵੇਂ ਉਹ ਗ੍ਰਸਤੀ ਕਿਉਂ ਨਾ ਹੋਵੇ। ਨਿਹਚੋ ਨਾਨਕ ਕਰਤੇ ਪਾਏ। ਨਿਹਚੋ ਹੀ ਕਹਿੰਦੇ ਉਹ ਕਰਤਾ ਪੁਰਖ ਪਰਮੇਸ਼ਰ ਨੂੰ ਪਾ ਲੈਂਦਾ, ਜਿਹੜਾ ਇਹੋ ਜਿਹਾ ਅਵਧੂਤ ਹੋਵੇ। ਇਹੋ ਜਿਹਾ ਅਵਧੂਤ ਨਿਸ਼ਚੇ ਕਰਕੇ ਹੀ ਅਕਾਲ ਪੁਰਖ ਕਰਤਾ ਪੁਰਖ ਨੂੰ ਪਾ ਲੈਂਦਾ ਹੈ। ਪ੍ਰਾਣਵਤ ਨਾਨਕ ਆਗਮ ਸੁਣਾਏ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਉਸ ਅਗੰਮ ਦੇ ਘਰ ਦੀ ਬਾਤ ਸੁਣਾਉਂਦਾ ਹਾਂ। ਗੁਰ ਚੇਲੇ ਕੀ ਸੰਧ ਮਿਲਾਏ। ਜੀਵ ਤੇ ਈਸ਼ਵਰ ਦੀ ਸੰਧ ਮੇਲ ਗੁਰੂ ਨੇ ਕਿਰਪਾ ਕਰਕੇ ਮਿਲਾਉਣੇ ਹੈ। ਭਾਵ ਜੀਵ ਔਰ ਬ੍ਰਹਮ ਦੇ ਵਿੱਚ ਅਭੇਦਤਾ ਜਿਹੜੀ ਹੈ ਉਹ ਗੁਰੂ ਨੇ ਕਰਨੀ ਹੈ। ਦੀਖਿਆ ਦਾਰੂ ਭੋਜਨ ਖਾਏ। ਗੁਰੂ ਸਾਹਿਬ ਜੀ ਦੇ ਪਾਸੋਂ ਲਈ ਹੋਈ ਦੀਕਸ਼ਾ, ਸਿੱਖਿਆ, ਉਪਦੇਸ਼, ਇਹ ਸਾਰੀਆਂ ਬਿਮਾਰੀਆਂ ਦੀ ਦਵਾਈ ਹੈ, ਦਾਰੂ ਹੈ। ਇਹ ਭੋਜਨ ਖਾਓ ਭਾਈ, ਇਹ ਭੋਜਨ ਵੀ ਹੈ। ਹਾਂਜੀ। ਛੇ ਦਰਸ਼ਨ ਕੀ ਸੋਝੀ ਪਾਏ। ਜਿਨ੍ਹਾਂ ਨੇ ਗੁਰੂ ਦੀ ਦੀਕਸ਼ਾ ਲੈ ਲਈ ਉਹਨਾਂ ਨੂੰ 6 ਸ਼ਾਸਤਰਾਂ ਦੀ ਸੋਝੀ ਹੋ ਜਾਂਦੀ। 6 ਦਰਸ਼ਨ ਨੇ ਨਾ, वेदांत है, सांख है, योग है, न्याय है, पूर्वी मीमांसा है। तो ये वैशेखिक है। 6 शास्त्र ने, 6 ਦੇ 6 ਸ਼ਾਸਤਰਾਂ ਦੀ ਸੋਝੀ ਹੋ ਜਾਂਦੀ ਹੈ ਜੇ ਗੁਰੂ का उपदेश सुनिए। क्योंकि पिंगुल पर्वत पार परे खल चतर बकीता। ਮੂਰਖਾਂ ਨੂੰ ਵੀ ਸਤਿਗੁਰੂ 6 ਸ਼ਾਸਤਰਾਂ ਦੀ ਸੋਝੀ ਦੇ ਦਿੰਦੇ ਨੇ।